ਤੇ ਹਾਲ ਐਡਾ ਮਾੜਾ ਹੈਗਾ कि लेबर किस तरह काम कर रही है, किस तरह साह ले रही है, तो किस तरह बैठ के फिर रोटी खाते हैं, किस तरह ये आपका जून गुजारा करते हैं। मैं समझदा एक नरक की जिंदगी है। ईपी फंड नहीं आउंड इन्ना चिर हो गया जमा ईपी फंड नहीं तक निकलिया किसी और इस नरक की जिंदगी को दूर करने वास्ते FCI के अधिकारियों ने, रेल विभाग के अधिकारियों ने अज तक कोई भी कदम नहीं चुकया। मैं वही कहना EP फंड जिहड़ा हैगा उसदा लई तुसीं आपदा खाता पता करो। कईयां दे जी बने आ कईयां जिन्हां दे हैगे ओ किने तुहाडा नाम गलत है जिन्हां दा नाम सही उन्हां दा मतलब नहीं निकलदा ते FCI का कोई भी अधिकारी इस टाइम इत्थे मौजूद नहीं और गड्डी लोड करने वास्ते सारी जिम्मेवारी इस लेबर क्लास की है। ਇਹਦੇ ਵੱਲ ਕਿਸੇ ਨੇ ਨਹੀਂ ਧਿਆਨ ਦਿੱਤਾ, ਕਿਸੇ ਨੇ ਨਹੀਂ। ਤੁਹਾਨੂੰ ਬੜੀ ਮੁਸ਼ਕਲ ਆਉਂਦੀ ਕੋਈ? ਬਹੁਤ ਮੁਸ਼ਕਲ ਜੀ, ਗੱਡੀਆਂ ਲਾਉਣ ਬਹੁਤ ਮੁਸ਼ਕਲ ਪੈਂਦੀ ਹੈ। ਤੇ ਸਾਰੀ ਜ਼ਿੰਮੇਵਾਰੀ ਇਹ ਨਿਭਾਉਂਦੇ ਨੇ, ਲੇਬਰ ਕਲਾਸ ਨਿਭਾਉਂਦੀ ਹੈ ਤੇ ਅਫਸਰ ਜਿਹੜੇ ਹੈਗੇ ਆ FCI ਦੇ ਅਧਿਕਾਰੀ ਜਿਹੜੇ ਹੈਗੇ ਆ ਉਹ ਸਾਰੇ ਦੇ ਸਾਰੇ ਬੈਠ ਕੇ ਮਾਲ ਛਕਦੇ ਆ। ਲੇਕਿਨ ਤੇ ਉਹਨਾਂ ਨੇ ਲਿਖਿਆ ਨਹੀਂ ਵੀ ਸਾਨੂੰ ਆਹ ਤਕਲੀਫ ਹੈਗੀ, ਐਡੀ ਪ੍ਰੋਬਲਮ ਹੈਗੀ। ਉਹਨਾਂ ਪਾਈਆਂ ਸੀ ਜੀ ਸੈਕਟਰੀ ਸਾਹਿਬ ਪੱਤਰਕਾਰ ਹੈ ਨਾ, ਪੱਤਰਕਾਰ ਨਾ ਹੋਰਾ ਪ੍ਰਧਾਨ ਉਹਨੇ ਪਾਈਆਂ ਬਥੇਰੀਆਂ ਖਬਰਾਂ। ਕਾਹਦਾ ਪੱਤਰਕਾਰ ਹੈ? ਇਸ ਤੋਂ ਖੁਸ਼ ਹੋ ਕੇ ਰਾਮ ਵਿਲਾਸ ਪਾਸਵਾਨ ਜੀ ਫੂਡ ਮੰਤਰੀ ਭਾਰਤ ਸਰਕਾਰ ਨੇ ਇਹਨਾਂ ਸਾਥੀਆਂ ਦਾ 15-15 ਲੱਖ ਦਾ ਬੀਮਾ ਕੀਤਾ। EPF ਇਹਨਾਂ ਦਾ ਕੱਟਿਆ ਜਾਂਦਾ ਕਿ ਨਹੀਂ ਕੱਟਿਆ ਜਾਂਦਾ, ਇਹਨਾਂ ਨੂੰ ਹਾਲੇ ਤੱਕ ਕਿਸੇ ਨੇ ਜਾਣਕਾਰੀ ਨਹੀਂ ਦਿੱਤੀ। ਏਵਨ ਪੰਜਾਬੀ ਦੀ ਨਵੀਂ ਅਪਡੇਟ ਲਈ ਬੈਲ ਆਈਕਨ ਨੂੰ ਕਲਿੱਕ ਕਰੋ ਤੇ ਏਵਨ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਖਬਰ ਲੈਂਦੇ ਹਾਂ ਮੱਖੂ ਤੋਂ। ਲੋਕ ਜਨਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸ਼੍ਰੀ ਰਾਮ ਵਿਲਾਸ ਪਾਸਵਾਨ FCI ਮੰਤਰੀ ਭਾਰਤ ਸਰਕਾਰ ਦੁਆਰਾ ਨਾਮਜ਼ਦ FCI ਭਾਰਤ ਸਰਕਾਰ ਦੇ ਮੈਂਬਰ ਕਿਰਨਜੀਤ ਸਿੰਘ ਗੈਰੀ ਨੇ ਅੱਜ ਮੱਖੂ ਰੇਲ ਹੈੱਡ ਤੇ ਚਾਵਲਾਂ ਦੀ ਭਰੀ ਜਾ ਰਹੀ ਸਪੈਸ਼ਲ ਦੀ ਅਚਨਚੇਤ ਚੈਕਿੰਗ ਕੀਤੀ। ਇੱਥੇ ਗੈਰੀ ਨੇ ਕਿਹਾ ਕਿ ਮੱਖੂ ਰੇਲ ਹੈੱਡ ਤੇ ਬੇਨਿਯਮੀਆਂ ਸ਼ਰੇਆਮ ਵੇਖਣ ਨੂੰ ਮਿਲੀਆਂ ਨੇ। ਬਿਨਾਂ ਰੇਲ ਦੇ ਡੱਬੇ ਸਾਫ਼ ਕੀਤੇ ਅਤੇ ਪਾਟੇ ਹੋਏ ਚਾਵਲਾਂ ਦੇ ਬੈਗ ਇਹਨਾਂ ਡੱਬਿਆਂ ਵਿੱਚ ਭਰੇ ਜਾ ਰਹੇ ਨੇ। FCI ਦੇ ਅਧਿਕਾਰੀਆਂ ਤੇ ਠੇਕੇਦਾਰਾਂ ਦੀ ਮਿਲੀ ਭੁਗਤ ਹੋਣ ਦੇ ਕਾਰਨ ਇਹ ਸਭ ਕੁਝ ਹੋ ਰਿਹਾ ਹੈ। ਗੈਰੀ ਨੇ ਕਿਹਾ ਕਿ ਇੱਥੇ ਕੰਮ ਕਰਨ ਵਾਲੇ ਮਜ਼ਦੂਰ ਨਰਕ ਭਰੀ ਜ਼ਿੰਦਗੀ ਜੀ ਰਹੇ ਨੇ। ਪਲੇਟਫਾਰਮ ਦਾ ਇੰਨਾ ਗੰਦਗੀ ਦੇ ਨਾਲ ਬੁਰਾ ਹਾਲ ਹੈ ਕਿ ਸੱਚਮੁੱਚ ਪੈਦਲ ਚੱਲਣਾ ਵੀ ਬਹੁਤ ਮੁਸ਼ਕਲ ਹੈ। ਜ਼ਰਾ ਸੋਚੋ ਕਿ ਮੀਂਹ ਦੇ ਦਿਨਾਂ ਵਿੱਚ ਇੱਥੇ ਕਿਸ ਤਰ੍ਹਾਂ ਦੀ ਹਾਲਤ ਹੋਵੇਗੀ। ਇੱਥੇ ਹੀ ਮਜ਼ਦੂਰਾਂ ਵੱਲੋਂ ਬੈਠ ਕੇ ਰੋਟੀ ਖਾਈ ਜਾਂਦੀ ਹੈ ਔਰ ਗੰਦਗੀ ਦੇ ਵਿੱਚ ਹਾਲਾਤ ਕਿਸ ਕਦਰ ਬਣ ਜਾਂਦੇ ਨੇ ਇਹ ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ। ਗੈਰੀ ਨੇ ਜਦੋਂ ਮਜ਼ਦੂਰਾਂ ਦੇ ਨਾਲ ਗੱਲ ਨੂੰ ਲੈ ਕੇ ਚਰਚਾ ਕੀਤੀ ਤੇ ਕਿਹਾ ਕਿ ਰਾਮ ਵਿਲਾਸ ਪਾਸਵਾਨ ਜੀ ਫੂਡ ਮੰਤਰੀ ਭਾਰਤ ਸਰਕਾਰ ਨੇ ਲਾਕਡਾਊਨ ਦੇ ਦਿਨਾਂ ਵਿੱਚ ਮਜ਼ਦੂਰ ਵਰਗ ਵੱਲੋਂ ਕੀਤੀ ਹੋਈ ਸੇਵਾ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਹਰ ਮਜ਼ਦੂਰ ਦਾ 15 ਲੱਖ ਰੁਪਏ ਦਾ ਬੀਮਾ ਕਰਕੇ ਮਜ਼ਦੂਰ ਵਰਗ ਨੂੰ ਮਾਣ ਸਨਮਾਨ ਦਿੱਤਾ ਹੈ। ਗੈਰੀ ਨੇ ਕਿਹਾ ਕਿ ਜਦੋਂ ਮਜ਼ਦੂਰਾਂ ਨਾਲ ਫੰਡ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੂੰ ਇਹ ਵੀ ਪਤਾ ਨਹੀਂ ਕਿ ਸਾਡਾ ਫੰਡ ਵੀ ਕੋਈ ਕੱਟਿਆ ਜਾ ਰਿਹਾ ਹੈ। ਮਜ਼ਦੂਰਾਂ ਨੇ ਆਪਣੇ ਦੁੱਖ ਸੁਣਾਉਂਦਿਆਂ ਹੋਇਆਂ ਕਿਹਾ ਕਿ ਠੇਕੇਦਾਰ ਸਮੇਂ ਸਿਰ ਉਹਨਾਂ ਨੂੰ ਤਨਖਾਹ ਤੱਕ ਨਹੀਂ ਦਿੰਦਾ ਔਰ ਇਸ ਸਮੇਂ FCI ਦਾ ਕੋਈ ਵੀ ਅਧਿਕਾਰੀ ਮੌਕੇ ਤੇ ਹਾਜ਼ਰ ਨਹੀਂ ਸੀ ਤੇ ਨਾ ਹੀ ਠੇਕੇਦਾਰ ਹਾਜ਼ਰ ਸੀ। ਗੈਰੀ ਨੇ ਕਿਹਾ ਕਿ FCI ਦੇ ਅਧਿਕਾਰੀ ਤੇ ਠੇਕੇਦਾਰਾਂ ਵੱਲੋਂ ਸਾਰਾ ਹੀ ਕੁਝ ਗੋਲਮਾਰ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਅਤੇ ਕਈ ਲੋਕ ਚਾਵਲ ਟਰੱਕ ਦੇ ਵਿੱਚੋਂ ਲੈ ਕੇ ਜਾਂਦੇ ਵੀ ਵੇਖੇ ਗਏ। ਗੈਰੀ ਨੇ ਕਿਹਾ ਕਿ ਸ਼੍ਰੀ ਰਾਮ ਵਿਲਾਸ ਪਾਸਵਾਨ ਚਾਹੁੰਦੇ ਨੇ ਕਿ ਮਜ਼ਦੂਰਾਂ ਨੂੰ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਟਰੱਕਾਂ ਵਿੱਚ ਤੇ ਰੇਲਾਂ ਦੇ ਵਿੱਚ ਖਰਾਬ ਅਨਾਜ ਭਰਿਆ ਜਾਣਾ ਚਾਹੀਦਾ ਹੈ। ਅਨਾਜ ਦੀ ਕਿਸੇ ਵੀ ਤਰ੍ਹਾਂ ਦੀ ਵੇਸਟੇਜ ਨਹੀਂ ਹੋਣੀ ਚਾਹੀਦੀ। ਗੈਰੀ ਨੇ ਕਿਹਾ ਕਿ FCI ਦਾ ਇੱਕੋ ਇੱਕ ਅਧਿਕਾਰੀ ਮੌਜੂਦ ਸੀ। ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਨੀਚੇ ਗਿਰ ਰਹੇ ਚਾਵਲਾਂ ਨੂੰ ਰੋਕਣ ਵਾਸਤੇ ਕਈ ਵਾਰ ਠੇਕੇਦਾਰ ਤੋਂ ਕੱਪੜੇ ਦੀ ਮੰਗ ਕੀਤੀ ਹੈ ਪਰ ਉਹ ਗੌਰ ਨਹੀਂ ਕਰਦਾ ਔਰ ਉਹਨਾਂ ਨੇ ਇਹ ਵੀ ਦੋਸ਼ ਲਗਾਏ ਨੇ ਕਿ DMC FCI ਅਤੇ GM FCI ਪੰਜਾਬ ਠੇਕੇਦਾਰਾਂ ਨਾਲ ਮਿਲ ਕੇ ਇਹ ਸਾਰਾ ਕੁਝ ਘਪਲਾ ਕਰ ਰਹੇ ਨੇ। ਔਰ ਇਸ ਸੰਬੰਧ ਵਿੱਚ ਗੈਰੀ ਨੇ ਕਿਹਾ ਕਿ FCI ਨੂੰ ਇਸ ਗੱਲ ਨੂੰ ਬੜਾ ਸੀਰੀਅਸਲੀ ਲੈਣਾ ਚਾਹੀਦਾ ਹੈ ਕਿ ਅਨਾਜ ਹੈ ਜੋ ਲੋਕ ਖਾਂਦੇ ਨੇ, ਗਰੀਬ ਲੋਕਾਂ ਦੇ ਮਜ਼ਦੂਰਾਂ ਦੇ ਮੂੰਹ 'ਚ ਜਾਂਦਾ ਹੈ ਅਤੇ ਖਰਾਬ ਅਨਾਜ ਉਹ ਕਿਸ ਤਰ੍ਹਾਂ ਖਾ ਸਕਣਗੇ। ਇਸ ਸੰਬੰਧ ਵਿੱਚ ਕੀ ਗੱਲਬਾਤ ਹੋਈ ਹੈ ਆਓ ਸੁਣਦੇ ਹਾਂ। ਮੈਂ ਮੱਖੂ ਰੇਲ ਹੈੱਡ ਦੇ ਉੱਤੇ ਖੜਾ ਜਿੱਥੇ ਲੇਬਰ ਕੰਮ ਕਰਦੀ ਹੈ ਤੇ ਇੱਥੇ ਹਾਲ ਐਡਾ ਮਾੜਾ ਹੈਗਾ कि लेबर किस तरह काम कर रही है, किस तरह साह ले रही है, तो किस तरह बैठ के फिर रोटी खाते हैं, किस तरह ये आपका जून गुजारा करते हैं। मैं समझदा एक नरक की जिंदगी है और इस नरक की जिंदगी को दूर करने वास्ते FCI के अधिकारियों ने, रेल विभाग के अधिकारियों ने अज तक कोई भी कदम नहीं चुकया।
ਪਰ ਇਹ ਮਜਬੂਰੀ ਬਸ ਆਪਣੇ ਬੱਚਿਆਂ ਦਾ ਆਪਣਾ ਪੇਟ ਪਾਲਣ ਦੇ ਲਈ ਇਸ ਮਜਬੂਰੀ ਦੇ ਵਿੱਚ ਇਹ ਜਿਹੜੇ ਮਜ਼ਦੂਰ ਹੈਗੇ ਆ ਇਹ ਸਾਥੀ ਇੱਥੇ ਕੰਮ ਕਰ ਰਹੇ। ਇਹਨਾਂ ਸਾਥੀਆਂ ਨੇ ਲੋਕਡਾਊਨ ਦੇ ਸਮੇਂ ਇਸ ਰੇਲ ਹੈੱਡ ਤੋਂ ਅਨੇਕਾਂ ਗੱਡੀਆਂ ਜਿਹੜੀਆਂ ਅਨਾਜ ਦੀਆਂ ਲੋਡ ਕਰਕੇ ਦੇਸ਼ ਦੇ ਲੋਕਾਂ ਨੂੰ ਖਾਣ ਵਾਸਤੇ ਭੇਜੀਆਂ। ਇਸ ਤੋਂ ਖੁਸ਼ ਹੋ ਕੇ ਰਾਮ ਵਿਲਾਸ ਪਾਸਵਾਨ ਜੀ ਫੂਡ ਮੰਤਰੀ ਭਾਰਤ ਸਰਕਾਰ ਨੇ ਇਹਨਾਂ ਸਾਥੀਆਂ ਦਾ 15-15 ਲੱਖ ਦਾ ਬੀਮਾ ਕੀਤਾ। EPF ਇਹਨਾਂ ਦਾ ਕੱਟਿਆ ਜਾਂਦਾ ਕਿ ਨਹੀਂ ਕੱਟਿਆ ਜਾਂਦਾ ਇਹਨਾਂ ਨੂੰ ਹਾਲੇ ਤੱਕ ਕਿਸੇ ਨੇ ਜਾਣਕਾਰੀ ਨਹੀਂ ਦਿੱਤੀ, ਜਦ ਕਿ FCI ਦੇ ਅਧਿਕਾਰੀਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ, ਉਹਨਾਂ ਦੀ ਇਹ ਡਿਊਟੀ ਬਣਦੀ ਹੈ ਕਿ EPF ਦਾ ਹਿਸਾਬ ਕਿਤਾਬ ਇਹਨਾਂ ਦਾ ਬੀਮੇ ਦੇ ਕਾਗਜ਼ ਗਏ ਕਿ ਨਹੀਂ ਗਏ, ਕੀ ਹੋਇਆ, ਇਹਨਾਂ ਦਾ ਰੇਟ ਕੀ ਹੈ, ਇਹ ਸਾਰੀਆਂ ਗੱਲਾਂ ਦਾ ਪਤਾ ਇਹਨਾਂ ਨੂੰ ਹੋਣਾ ਚਾਹੀਦਾ ਹੈ। ਪਰ ਇਹ ਮਜ਼ਦੂਰ ਵਰਗ ਜਿਹੜਾ ਹੈਗਾ ਪੂਰੇ ਦੇਸ਼ ਨੂੰ ਅਨਾਜ ਭੇਜ ਰਿਹਾ ਹੈ, ਪਰ ਇਹਨਾਂ ਦੀ ਜਿਹੜੀ ਹਾਲਤ ਹੈ ਇਹ ਬੜੀ ਤਰਸਯੋਗ ਹੈ। ਤਾਂ ਮੈਂ ਇਹ ਸਾਰਾ ਦੇਖਿਆ, ਗੱਡੀ ਦੇ ਵਿੱਚ ਵੀ ਬੇਨਿਯਮੀਆਂ ਮੈਂ ਦੇਖੀਆਂ ਕਿ FCI ਦਾ ਕੋਈ ਵੀ ਅਧਿਕਾਰੀ ਇਸ ਟਾਈਮ ਇੱਥੇ ਮੌਜੂਦ ਨਹੀਂ, ਔਰ ਗੱਡੀ ਲੋਡ ਕਰਨ ਵਾਸਤੇ ਸਾਰੀ ਜ਼ਿੰਮੇਵਾਰੀ ਇਸ ਲੇਬਰ ਕਲਾਸ ਦੀ ਹੈ। ਤੇ ਸਾਰੀ ਜ਼ਿੰਮੇਵਾਰੀ ਇਹ ਨਿਭਾਉਂਦੇ ਨੇ, ਲੇਬਰ ਕਲਾਸ ਨਿਭਾਉਂਦੀ ਹੈ, ਤੇ ਅਫਸਰ ਜਿਹੜੇ ਹੈਗੇ ਆ FCI ਦੇ ਅਧਿਕਾਰੀ ਜਿਹੜੇ ਹੈਗੇ ਆ ਉਹ ਸਾਰੇ ਦੇ ਸਾਰੇ ਬੈਠ ਕੇ ਮਾਲ ਛਕਦੇ ਆ। ਠੇਕੇਦਾਰਾਂ ਦੇ ਨਾਲ FCI ਦੇ ਅਧਿਕਾਰੀ ਮਿਲੀ ਭੁਗਤ ਕਰਕੇ ਇਸ ਲੇਬਰ ਦੀ ਲੁੱਟ ਕਰ ਰਹੇ ਆ। ਤੋ FCI ਦਾ ਕੁਆਲਿਟੀ ਅਧਿਕਾਰੀ ਇੱਥੇ ਮੈਨੂੰ ਕੋਈ ਨਜ਼ਰ ਨਹੀਂ ਆ ਰਿਹਾ, FCI ਦਾ ਕੋਈ ਵੀ ਅਧਿਕਾਰੀ ਨਜ਼ਰ ਨਹੀਂ ਆ ਰਿਹਾ। ਮੈਂ ਸਮਝਦਾ ਇਹ ਲੇਬਰ ਦਾ ਮੈਂ ਧੰਨਵਾਦ ਕਰਦਾ। ਇਹ ਵਿਚਾਰੇ ਸਿਕਿਉਰਿਟੀ ਵੀ ਕਰਦੇ ਆ, ਅਨਾਜ ਵੀ ਭਰਦੇ ਆ, ਔਰ ਸਾਰਾ ਗੱਡੀਆਂ ਲੋਡ ਵੀ ਕਰਦੇ ਆ। ਤੋ ਇਸ ਕਰਕੇ ਇਹ ਲੇਬਰ ਕਲਾਸ ਦੇ ਭਲਾਈ ਦੇ ਲਈ ਕੀ ਕੀਤਾ ਜਾ ਸਕਦਾ ਹੈ, ਮੈਂ ਇਸ ਸਾਰੇ ਮਾਮਲੇ ਦੀ ਜਾਣਕਾਰੀ ਰਾਮ ਵਿਲਾਸ ਪਾਸਵਾਨ ਜੀ ਫੂਡ ਮੰਤਰੀ ਭਾਰਤ ਸਰਕਾਰ ਨੂੰ ਦੇਵਾਂਗਾ। ਤੇ GM ਪੰਜਾਬ FCI ਨਾਲ ਇਹ ਅੱਜ ਹੀ ਮੈਂ ਰਾਬਤਾ ਇਸ ਦਾ ਕਾਇਮ ਕਰੂੰਗਾ। GM ਪੰਜਾਬ FCI ਨੂੰ ਕਹੂੰਗਾ, FCI ਦੇ ਅਧਿਕਾਰੀਆਂ ਨੂੰ ਕਹੂੰਗਾ, ਰੇਲ ਹੈਡ ਜਿਹੜੇ ਰੇਲ ਹੈਡ ਦੇ ਰੇਲਵੇ ਦੇ ਅਧਿਕਾਰੀ ਹੈ ਉਹਨਾਂ ਨੂੰ ਵੀ ਮੈਂ ਕਹੂੰਗਾ ਕਿ ਤੁਰੰਤ ਇਹ ਰੇਲ ਹੈਡ ਦਾ ਜਿਹੜਾ ਹੱਲ ਤੁਰੰਤ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ FCI ਮਹਿਕਮਾ ਰੇਲਵੇ ਨੂੰ ਬਹੁਤ ਸਾਰਾ ਪੈਸਾ ਦਿੰਦਾ ਹੈ। ਇਸ ਲਈ ਮੈਂ ਦੇਖਦਾ ਕਿਸੇ ਵੀ ਪਲੇਟਫਾਰਮ 'ਤੇ ਕਿਸੇ ਵੀ ਰੇਲ ਹੈਡ 'ਤੇ ਮਜ਼ਦੂਰਾਂ ਵਾਸਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਹੈ, ਮਜ਼ਦੂਰਾਂ ਵਾਸਤੇ ਕੋਈ ਬਾਥਰੂਮ ਟਾਇਲਟ ਜਾਣ ਵਾਸਤੇ ਕੋਈ ਪ੍ਰਬੰਧ ਨਹੀਂ ਹੈ, ਇਹਨਾਂ ਨੂੰ ਆਰਾਮ ਕਰਨ ਵਾਸਤੇ ਕੋਈ ਇੱਥੇ ਜਗ੍ਹਾ ਨਹੀਂ ਬਣੀ ਹੋਈ ਜਿੱਥੇ ਇਹ ਬੈਠ ਜਾਣ। ਇਸੇ ਹੀ ਗੰਦ ਦੇ ਵਿੱਚ ਬੈਠ ਕੇ ਮੈਂ ਦੇਖਿਆ ਹੈ, ਇੱਥੇ ਬੈਠ ਕੇ ਚਾਹ ਪੀ ਰਹੇ ਆ, ਇੱਥੇ ਬੈਠ ਕੇ ਰੋਟੀ ਖਾ ਰਹੇ ਆ, ਇੱਥੇ ਬੈਠ ਕੇ ਕੰਮ ਕਰ ਰਹੇ ਆ। ਇਹ ਅਤੀ ਨਿੰਦਣਯੋਗ ਹੈ, ਨਰਕ ਦੀ ਜ਼ਿੰਦਗੀ ਹੈ ਜਿਹੜੀ, ਇਸ ਤੋਂ ਛੁਟਕਾਰਾ ਪਾਇਆ ਜਾਣਾ ਚਾਹੀਦਾ ਹੈ। ਰੇਲ ਅਧਿਕਾਰੀਆਂ ਨੂੰ ਮੈਂ ਕਹੂੰਗਾ ਕਿ ਤੁਰੰਤ ਰੇਲ ਅਧਿਕਾਰੀ ਇਸ ਵੱਲ ਧਿਆਨ ਦੇਣ, FCI ਦੇ ਅਧਿਕਾਰੀ ਇਸ ਗੱਲ ਵੱਲ ਧਿਆਨ ਦੇਣ, ਤੇ ਮੈਂ ਸਾਰਾ ਮਾਮਲਾ ਫੂਡ ਮੰਤਰੀ ਭਾਰਤ ਸਰਕਾਰ ਸ਼੍ਰੀ ਰਾਮ ਵਿਲਾਸ ਪਾਸਵਾਨ ਤੱਕ ਪਹੁੰਚਾਵਾਂਗਾ ਤੇ ਮਜ਼ਦੂਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਲੋਕ ਜਨਸ਼ਕਤੀ ਪਾਰਟੀ ਪੰਜਾਬ ਇਕਾਈ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਕਿਰਨਜੀਤ ਸਿੰਘ ਗਹਿਰੀ ਮਜ਼ਦੂਰਾਂ ਦੀ ਇਸ ਲੜਾਈ ਨੂੰ ਲੜਾਂਗਾ। ਬਿਊਰੋ ਰਿਪੋਰਟ। Now, Even Punjabi launch a newspaper, The Power of Words. Now you check out all our daily updates on our website www.evenpunjabi.com and all updates on our social networks, Facebook, Twitter, Instagram and YouTube. Thank you. ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਝ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ, ਪਰ ਥੈਂਕਸ ਟੂ ਫ੍ਰੀ ਰਿਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।